ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ, ਉਹਦੇ ਲੱਭ ਖੁੱਲ੍ਹਦੇ ਨੇ। ਅਯੂਬ ਦੀ ਕਿਤਾਬ ਨੇ ਜਿਸ ਵੇਲੇ ਅਸੀਂ ਵੇਖਨੇ ਆ, ਅਯੂਬ 22 ਬਾਬ ਉਹਦੀ 12 'ਚ ਲਿਖਿਆ, ਮੈਂ ਉਹਦੇ ਲੱਭਾਂ ਦੇ ਹੁਕਮਾਂ ਤੋਂ ਹਟਿਆ ਨਹੀਂ। ਮੈਂ ਉਸ ਦੇ ਲੱਭਾਂ ਦੇ ਹੁਕਮਾਂ ਤੋਂ ਹਟਿਆ ਨਹੀਂ ਤੇ ਮੈਂ ਜ਼ਰੂਰੀ ਖੁਰਾਕ ਤੋਂ ਜ਼ਿਆਦਾ ਉਸ ਦੇ ਮੂੰਹ ਦੀਆਂ ਗੱਲਾਂ ਦਾ ਜ਼ਖੀਰਾ ਕੀਤਾ। ਜ਼ਰੂਰੀ ਖੁਰਾਕ ਤੋਂ ਜ਼ਿਆਦਾ ਉਸ ਦੇ ਮੂੰਹ ਦੀਆਂ ਗੱਲਾਂ ਦਾ ਜ਼ਖੀਰਾ, ਉਹਦੇ ਲੱਭਾਂ ਦੇ ਹੁਕਮਾਂ ਤੋਂ ਹਟਿਆ ਨਹੀਂ। ਖੁਰਾਕ ਵੀ ਜ਼ਰੂਰੀ, ਲੇਕਿਨ ਇਹ ਗੱਲ ਕਿਉਂ ਕਹੀ ਗਈ ਵੀ ਕਿ ਇਹ ਬਹੁਤ ਜ਼ਰੂਰੀ ਹੈ। ਅਮਸਲ 22 ਬਾਬ ਜਿਸ ਲਈ 19 ਤੋਂ ਪੜ੍ਹਨੇ ਤੇ ਬਾਈਬਲ 'ਚ ਲਿਖਿਆ ਮਿਲਦਾ ਹੈ, ਤੇਰਾ ਤਵੱਕਲ ਖੁਦਾਵੰਦ ਦੇ ਉੱਤੇ ਹੋਵੇ ਤੇ ਅੱਜ ਦੇ ਦਿਨ ਕਹਿੰਦਾ ਗੱਲ ਮੈਂ ਤੈਨੂੰ ਜਿਤਾ ਕੇ ਦੱਸਣਾ। ਤੇ ਰੱਬ ਬੰਦੇ ਨੂੰ ਕਹਿੰਦਾ ਮੈਂ ਤੇਰੇ ਲਈ ਕਹਿੰਦਾ ਇਲਮ ਦੀਆਂ ਗੱਲਾਂ, ਮਸ਼ਵਰਤ ਦੀਆਂ ਗੱਲਾਂ, ਲਤੀਫ ਗੱਲਾਂ ਇਸ ਕਰਕੇ ਲਿਖੀਆਂ ਨੇ ਤਾਂ ਕਿ ਸੱਚਾਈ ਦੀ ਹਕੀਕਤ ਨੂੰ ਤੇਰੇ ਉੱਤੇ ਜ਼ਾਹਰ ਕਰਾਂ ਤੇ ਤੂੰ ਸੱਚੀਆਂ ਗੱਲਾਂ ਨੂੰ ਹਾਸਲ ਕਰੇ ਫਿਰ ਆਪਣੇ ਭੇਜਣ ਵਾਲੇ ਦੇ ਕੋਲ ਵਾਪਸ ਜਾਵੇਂ। ਇਹ ਉਹਦੇ ਲੱਭਾਂ ਦੇ ਹੁਕਮ, ਉਹਦੇ ਕਲਾਮ ਦੀਆਂ ਗੱਲਾਂ ਜਿਨ੍ਹਾਂ ਨੂੰ ਹਾਸਲ ਕਰਨਾ, ਇਹ ਸਾਡਾ ਵਾਪਸੀ ਦਾ ਟਿਕਟ ਹੈ। ਇਹਨਾਂ ਗੱਲਾਂ ਨੂੰ ਹਾਸਲ ਕਰੇ, ਮਸ਼ਵਰਤ ਦੀਆਂ ਗੱਲਾਂ, ਲਤੀਫ ਗੱਲਾਂ, ਸੱਚੀਆਂ ਗੱਲਾਂ, ਔਰ ਨਾ ਸਿਰਫ ਹਾਸਲ ਕਰਨੀਆਂ ਬਲਕਿ ਇਸ ਦੌਲਤ ਨੂੰ ਵੰਡਣਾ। ਕਿਉਂਕਿ ਪਹਿਲਾ ਕਰੰਥੀਓ ਜਿਸ ਲਈ ਅਸੀਂ ਪਹਿਲਾ ਹੀ ਬਾਬ 4 ਤੋਂ ਪੜ੍ਹਦੇ ਹਾਂ, ਰਸੂਲ ਕਹਿੰਦਾ ਮੈਂ ਖੁਦਾਵੰਦ ਦੇ ਉਸ ਫਜ਼ਲ ਦੇ ਬਾਅਦ ਜਿਹੜਾ ਮਸੀਹ ਯਿਸੂ ਵਿੱਚ ਹੁੰਦੇ ਆ, ਕਹਿੰਦਾ ਤੁਹਾਡੇ ਉੱਤੇ ਹੋ ਗਿਆ ਆਪਣੇ ਰੱਬ ਦਾ ਸ਼ੁਕਰ ਕਰਨਾ ਹੈ ਕਿ ਤੁਸੀਂ ਉਸ ਦੇ ਵਿੱਚ ਹੋ ਕੇ ਕਲਾਮ ਤੇ ਇਲਮ ਦੀ ਦੌਲਤਮੰਦ ਬਣ ਕੇ ਤੁਹਾਡੇ ਕੋਲ ਵਾਪਸੀ ਦਾ ਟਿਕਟ ਹੈ। ਕਲਾਮ ਤੇ ਇਲਮ ਦੀ ਦੌਲਤ ਦੇ ਵਿੱਚ ਦੌਲਤਮੰਦ ਬਣ ਗਏ ਹੋ। ਤੇ ਦੌਲਤ ਕਿੱਦਾਂ ਨਜ਼ਰ ਆਉਣ ਡਈ ਹੈ? ਮਸੀਹ ਦੀ ਗਵਾਹੀ ਤੁਹਾਡੇ 'ਚ ਕਾਇਮ ਹੋਈ। ਤੁਸੀਂ ਗਵਾਹੀ ਦੇ ਰਹੇ, ਤੁਸੀਂ ਕਲਾਮ ਸੁਣਾ ਰਹੇ, ਤੁਸੀਂ ਉਸ ਦਰਜੇ ਨੂੰ ਪਾਇਆ ਹੈ ਜਿਸ ਦੇ ਬਾਰੇ ਮਕਾਸ਼ਫਾ 19 ਬਾਬ 10 'ਚ ਲਿਖਿਆ ਹੈ, ਯਿਸੂ ਦੀ ਗਵਾਹੀ ਨਬੂਵਤ ਦੀ ਰੂਹ ਹੈ। ਤੁਸੀਂ ਯਿਸੂ ਦੀ ਗਵਾਹੀ ਦੇ ਰਹੇ ਹੋ, ਤੁਸੀਂ ਉਸ ਦੌਲਤ ਨੂੰ ਵੰਡ ਰਹੇ ਹੋ ਜਿਸ ਦੇ ਬਾਰੇ ਖੁਦਾਵੰਦ ਯਿਸੂ ਮਸੀਹ ਨੇ ਮੱਤੀ 10 ਬਾਬ 27 'ਚ ਆਖਿਆ, ਜਿਸ ਗੱਲ ਦਾ ਤੈਨੂੰ ਹਨੇਰੇ 'ਚ ਪਤਾ ਲੱਗਦਾ ਜਾਲੇ 'ਚ ਕਰ, ਜਿਹੜੀ ਕੰਨ 'ਚ ਪੈਂਦੀ ਕੋਠੇ ਤੇ ਚੜ ਜਾ ਤੇ ਕੋਠੇ ਤੇ ਚੜ ਕੇ ਮਲਾਦੀ ਕਰ ਤੇ ਉਸ ਦੌਲਤ ਨੂੰ ਕੋਠੇ ਤੇ ਚੜ ਕੇ ਵੰਡ, ਚੜ ਕੇ ਵੰਡ ਉਸ ਦੌਲਤ ਨੂੰ। ਮਸੀਹ ਦੀ ਗਵਾਹੀ ਤੁਹਾਡੇ 'ਚ ਕਾਇਮ ਹੋਈ, ਇੱਥੋਂ ਤੱਕ ਕਿ ਤੁਸੀਂ ਕਿਸੇ ਨਿਯਮ 'ਚ ਘੱਟ ਨਹੀਂ ਤੇ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਜ਼ਹੂਰ ਦੇ ਮੁੰਤਜ਼ਰ ਹੋ। ਤੁਸੀਂ ਜ਼ਬਾਨੋਂ ਕਹਿ ਰਹੇ ਹੋ ਕਿ ਤੇਰੀ ਬਾਦਸ਼ਾਹੀ ਆਵੇ। ਇਹਦਾ ਮਤਲਬ ਹੈ ਕਿ ਤੁਸੀਂ ਤਿਆਰ ਹੋ। ਤੇ ਕਿਆ ਵਾਕਈ ਤਿਆਰ, ਜਾਂ ਐਵੇਂ ਕਹੀ ਜਾਉਂਦੇ ਤੇਰੀ ਬਾਦਸ਼ਾਹੀ ਆਵੇ? ਤੇ ਕਿਹਾ ਇਹੋ ਹੀ ਗਵਾਹੀ, ਇਹੋ ਹੀ ਕਲਾਮ ਜਿਹੜਾ ਤੁਸੀਂ ਸੁਣਾ ਰਹੇ ਹੋ ਤੁਹਾਨੂੰ ਆਖਰ ਤੱਕ ਕਾਇਮ ਵੀ ਰੱਖੇਗਾ। ਤੇ ਉਸ ਦਿਨ ਜਿੱਦਣ ਖੁਦਾਵੰਦ ਯਿਸੂ ਮਸੀਹ ਆ ਜਾਵੇਗਾ, ਤੁਸੀਂ ਬੇਇਲਜ਼ਾਮ ਠਹਿਰੋਗੇ, ਤੁਹਾਡੇ ਤੇ ਇਲਜ਼ਾਮ ਨਹੀਂ ਲੱਗੇਗਾ। ਕਿਉਂਕਿ ਬਾਈਬਲ 'ਚ ਜ਼ਿਕਰ ਮਿਲਦਾ ਹੈ, ਇੱਕ ਬੰਦਾ ਦੂਰ ਦਰਾਡੇ ਮੁਲਕ 'ਚ ਗਿਆ ਤੇ ਉਹਨੇ ਆਪਣੇ ਨੌਕਰਾਂ ਨੂੰ ਕੁਝ ਤੋੜੇ ਦਿੱਤੇ, ਅਸ਼ਰਫੀਆਂ ਦਿੱਤੀਆਂ। ਇੱਕ ਨੂੰ 5 ਦਿੱਤੀਆਂ, ਇੱਕ ਨੂੰ 2 ਦਿੱਤੀਆਂ, ਇੱਕ ਨੂੰ 1 ਦਿੱਤੀ। ਜਿਸ ਨੂੰ 5 ਮਿਲੀਆਂ ਉਹਨੇ 5 ਨਾਲ 5 ਹੋਰ ਕਮਾ ਲਈਆਂ। 2 ਵਾਲੇ ਨੇ 2 ਨਾਲ 2 ਕਮਾ ਲਈਆਂ, 4 ਹੋ ਗਈਆਂ। 1 ਵਾਲੇ ਨੇ ਕੁਝ ਵੀ ਨਾ ਕੀਤਾ ਤੇ ਜਦੋਂ ਵਾਪਸ ਆਇਆ ਤੇ ਆਣ ਕੇ ਹਿਸਾਬ ਲੈਣ ਲੱਗਾ, 5 ਵਾਲਾ ਕਹਿੰਦਾ ਜੀ ਤੁਹਾਡੇ 5 ਨਾਲ 5 ਕਮਾ ਲਏ। ਉਹਨੇ ਆਖਿਆ ਸ਼ਾਬਾਸ਼,
ਤੂੰ 10 ਸ਼ਹਿਰਾਂ ਤੇ ਮੁਖਤਾਰ ਹੋਵੇਂਗਾ। ਤੇ 2 ਵਾਲਾ ਕਹਿਣ ਲੱਗਾ ਜੀ 2 ਦੇ ਕੇ ਗਏ ਸੀ, 2 ਨਾ 2 ਕਮਾ ਲਏ ਨੇ। ਉਹਨੇ ਆਖਿਆ ਸ਼ਾਬਾਸ਼। ਇੱਕ ਵਾਲੇ ਨੂੰ ਪੁੱਛਿਆ, ਕੁਝ ਵੀ ਨਹੀਂ ਜੀ ਕੀਤਾ, ਕੁਝ ਵੀ ਨਹੀਂ ਕੀਤਾ ਜਨਾਬ, ਤੁਹਾਡਾ ਕਲਾਮ ਮੈਂ ਤੇ ਮੂੰਹ ਹੀ ਬੰਦ ਰੱਖਿਆ, ਮੈਂ ਤੇ ਇਸ ਨੂੰ ਖਿਲਾਇਆ ਹੀ ਨਹੀਂ, ਮੈਂ ਰੁਮਾਲ 'ਚ ਬੰਨਿਆ ਜ਼ਮੀਨ 'ਚ ਦਬਾ ਦਿੱਤਾ। ਤੇ ਫਿਰ ਹੁਕਮ ਆਇਆ, ਇਹਦੇ ਕੋਲ ਲੈ ਲਓ, 10 ਵਾਲੇ ਨੂੰ ਦੇ ਦਿਓ ਤੇ ਇਹਨੂੰ ਉੱਥੇ ਸੁੱਟ ਦਿਓ ਜਿੱਥੇ ਰੋਣਾ ਤੇ ਦੰਦਾਂ ਦਾ ਪੀਸਣਾ ਹੈ। ਤੇ ਇਸੇ ਗੱਲ ਨੂੰ ਖੁਦਾਵੰਦ ਯਿਸੂ ਮਸੀਹ ਨੇ ਤੇ ਝਾੜੀਆਂ ਵਾਲਾ ਕਲਾਮ ਕਿਹਾ। ਝਾੜੀਆਂ ਵਾਲਾ ਕਲਾਮ। ਜਿਸ ਲਈ ਅਸੀਂ ਮਤੀ ਦੀ ਇੰਜੀਲ ਨੂੰ ਦੇਖਨੇ, 13 ਬਾਬ ਉਹਦੀ 22 ਐਤ ਦੇ ਵਿੱਚ ਆਖਿਆ ਕਿ ਉਹ ਜਿਹੜਾ ਝਾੜੀਆਂ 'ਚ ਬੋਇਆ ਗਿਆ ਉਹ ਇਹ ਕਲਾਮ ਹੈ ਜਿਹੜਾ ਸੁਣਦਾ ਏ, ਪਰ ਦੁਨੀਆ ਦੀ ਫਿਕਰ ਤੇ ਦੌਲਤ ਦਾ ਫਰੇਬ ਉਸ ਕਲਾਮ ਨੂੰ ਦਬਾ ਜਾਂਦਾ ਹੈ ਤੇ ਫਿਰ ਉਹ ਬੇਫਲ ਰਹਿ ਜਾਂਦਾ ਹੈ। ਤੇ ਯਹੋਨਾ ਦੀ ਇੰਜੀਲ 15 ਬਾਬ 8 'ਚ ਲਿਖਿਆ ਹੈ, ਮੇਰੇ ਬਾਪ ਦਾ ਜਲਾਲ ਇਸ ਗੱਲ 'ਚ ਕਿ ਤੁਸੀਂ ਬਹੁਤ ਸਾਰਾ ਫਲ ਲਿਓ। ਤੇ ਉਹ ਫਲ ਕੀ ਹੈ ਬਈ? ਜਿਸ ਲਈ ਅਸੀਂ ਪਹਿਲਾ ਪਤਰਸ ਪਹਿਲਾ ਬਾਪ 9 ਐਤ ਨੂੰ ਪੜ੍ਹਦੇ ਤੇ ਲਿਖਿਆ, ਤੁਹਾਡੇ ਈਮਾਨ ਦਾ ਮਕਸਦ ਰੂਹਾਂ ਦੀ ਨਿਜਾਤ ਹੈ, ਰੂਹਾਂ ਨੂੰ ਬਚਾਉਣਾ ਹੈ, ਕਲਾਮ ਸੁਣਾਉਣਾ ਹੈ, ਆਪਣੇ ਮੂੰਹ ਨੂੰ ਹੱਕ ਲਈ ਖੋਲ੍ਹਣਾ ਹੈ। ਕਿਉਂਕਿ ਜ਼ਬੂਰ 119 ਉਹਦੀ 43 'ਚ ਲਿਖਿਆ, ਹੱਕ ਗੱਲ ਨੂੰ ਮੇਰੇ ਮੂੰਹ ਤੋਂ ਜਦਾ ਨਾ ਹੋਣ ਦੇ, ਮੇਰਾ ਅਤਮਾਦ ਤੇਰੇ ਕਲਾਮ ਤੇ। ਆਪਣਾ ਅਤਮਾਦ ਕਲਾਮ ਉੱਤੇ ਬਹਾਲ ਕਰਨਾ ਹੈ ਤੇ ਜੋ ਕੁਝ ਕਲਾਮ 'ਚ ਉਹ ਕਹਿਣਾ ਹੈ। ਕਿਉਂਕਿ ਲੂਕਾ ਪਹਿਲਾ ਬਾਬ ਪਹਿਲੀ ਐਤ 'ਚ ਲਿਖਿਆ, ਹੁਣ ਬਹੁਤ ਸਾਰੇ ਲੋਕਾਂ ਨੇ ਕਮਰ ਨੂੰ ਬੰਨ ਲਿਆ ਹੈ ਕਿ ਜਿੱਦਾਂ ਤਰਤੀਬਵਾਰ ਕਲਾਮ ਹੈ ਉਸੇ ਤਰ੍ਹਾਂ ਬਿਆਨ ਕਰਨਾ ਹੈ। ਤੇ ਜਦੋਂ ਕੋਈ ਤਰਤੀਬਵਾਰ ਕਲਾਮ ਬਿਆਨ ਕਰੇਗਾ, ਸੱਚੀਆਂ ਗੱਲਾਂ ਆਪਣੇ ਮੂੰਹ 'ਚੋਂ ਕੱਢੇਗਾ, ਤੇ ਅਮਸਾਲ 23 ਬਾਬ 16 'ਚ ਲਿਖਿਆ, ਜਦੋਂ ਤੇਰੇ ਮੂੰਹ 'ਚੋਂ ਸੱਚੀਆਂ ਗੱਲਾਂ ਨਿਕਲਣਗੀਆਂ, ਰੱਬ ਕਹਿੰਦਾ ਮੇਰਾ ਦਿਲ ਸ਼ਾਦਮਾਨ ਹੋ ਜਾਵੇਗਾ, ਰੱਬ ਦਾ ਦਿਲ ਖੁਸ਼ ਹੋ ਜਾਏਗਾ ਔਰ ਅਸੀਂ ਚੰਗੇ ਰਹਿ ਜਾਵਾਂਗੇ। ਤੇ ਆਓ ਸੱਚੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਈਏ ਤਾਂ ਕਿ ਉਸ ਦਿਨ ਅਸੀਂ ਬੇਇਲਜ਼ਾਮ ਠਹਿਰ ਸਕੀਏ, ਜਿੱਦਣ ਖੁਦਾਵੰਦ ਯਿਸੂ ਮਸੀਹ ਆਵੇ। ਤੇ ਅਸੀਂ ਉਸ ਜਿਹੜਾ ਮੂੰਹ ਕਹਿੰਦੇ ਤੇਰੀ ਮਰਜ਼ੀ ਅਸਮਾਨ ਤੇ ਪੂਰੀ ਦੀ ਜ਼ਮੀਨ ਤੇ ਹੋਵੇ, ਫਿਰ ਅਸੀਂ ਉਹਦੀ ਮਰਜ਼ੀ ਨੂੰ ਪੂਰਾ ਕਰਨੇ। ਤੇ ਇਬਰਾਨੀਆਂ ਦਾ ਮੁਸੰਨਫ ਪੌਲੁਸ ਰਸੂਲ ਕਹਿੰਦਾ ਹੈ ਕਿ ਵਾਅਦਾ ਕੀਤੀ ਹੋਈ ਚੀਜ਼ ਤੁਸੀਂ ਉਦੋਂ ਹਾਸਲ ਕਰੋਗੇ ਜਦੋਂ ਖੁਦਾ ਦੀ ਮਰਜ਼ੀ ਨੂੰ ਪੂਰਾ ਕਰੋਗੇ। ਉਸ ਤਰ੍ਹਾਂ ਵਾਅਦਾ ਕੀਤੀ ਹੋਈ ਚੀਜ਼ ਭਰਾਓ ਨਹੀਂ ਉਹ ਮਿਲਣੀ। ਤੇ ਕਹਿੰਦਾ ਥੋੜੀ ਮੁੱਦਤ ਬਾਕੀ ਏ, ਆਉਣ ਵਾਲਾ ਆਵੇਗਾ, ਦੇਰ ਨਹੀਂ ਉਹਨੇ ਕਰਨੀ। ਪਰ ਮੇਰਾ ਰਾਸਤਬਾਜ਼ ਬੰਦਾ ਈਮਾਨ ਦੇ ਨਾਲ ਜੀਂਦਾ ਰਹੇਗਾ, ਤੇ ਅਗਰ ਉਹ ਹਟੇਗਾ ਤੇ ਲਿਖਿਆ ਮੇਰਾ ਦਿਲ ਖੁਸ਼ ਨਹੀਂ ਹੋਵੇਗਾ। ਇਸ ਕਰਕੇ ਸਾਫ਼ ਤੌਰ ਤੇ ਲਿਖਿਆ ਏ ਇਬਰਾਨੀਓ 10 ਬਾਬ ਦੀ, ਜਿਸ ਲਈ ਅਸੀਂ 35 ਐਤ ਤੋਂ ਪੜ੍ਹਦੇ ਹਾਂ, ਤੇ ਲਿਖਿਆ ਆਪਣੀ ਦਲੇਰੀ ਨੂੰ ਹੱਥ 'ਚੋਂ ਜਾਣ ਨਾ ਦਿਓ। ਗੱਲ ਕਰਿਓ ਕਲਾਮ ਦੀ, ਹੱਕ ਦੀ ਗੱਲ ਕਰਿਓ। ਆਪਣੀ ਦਲੇਰੀ ਨੂੰ ਆਪਣੇ ਹੱਥ 'ਚੋਂ ਜਾਣ ਨਾ ਦਿਓ, ਇਸ ਲਈ ਕਿ ਉਹਦਾ ਬੜਾ ਵੱਡਾ ਅਜਰ ਹੈ, ਕਿਉਂਕਿ ਤੁਹਾਨੂੰ ਸਬਰ ਕਰਨਾ ਜ਼ਰੂਰ ਹੈ ਤਾਂ ਕਿ ਖੁਦਾ ਦੀ ਮਰਜ਼ੀ ਪੂਰੀ ਕਰਕੇ। ਤੇ ਉਹਦੀ ਮਰਜ਼ੀ ਕੀ ਹੈ ਵੀ ਅਸੀਂ ਕਲਾਮ ਸੁਣਾਈਏ। ਕਿਉਂਕਿ ਜ਼ਬੂਰ 40 ਉਹਦੀ 8 ਐਤ ਤੋਂ ਪੜ੍ਹੋ, ਮੇਰੇ ਖੁਦਾ ਮੇਰੀ ਖੁਸ਼ੀ ਤੇਰੀ ਮਰਜ਼ੀ ਪੂਰੀ ਕਰਨ 'ਚ, ਤੇਰੀ ਸ਼ਰੀਅਤ ਮੇਰੇ ਦਿਲ 'ਚ। ਤੇ ਕਹਿੰਦਾ ਮੈਂ ਵੱਡੇ ਮਜਮੇ 'ਚ, ਕਿਸ ਤਰ੍ਹਾਂ ਮਰਜ਼ੀ ਪੂਰੀ ਕਰਦਾ, ਕਹਿੰਦਾ ਮੈਂ ਵੱਡੇ ਮਜਮੇ 'ਚ ਸਦਾਕਤ ਦੀ ਬਸ਼ਾਰਤ ਦਿੱਤੀ। ਮੈਂ ਆਪਣਾ ਮੂੰਹ ਬੰਦ ਨਹੀਂ ਕਰਨਾ। ਅਬਲੀਸ ਕਹਿੰਦਾ ਦਿਲ 'ਚ ਛੁਪਾ ਜਾ, ਮੂੰਹ ਬੰਦ ਕਰ ਲਾ, ਕਹਿੰਦਾ ਨਹੀਂ ਕਰਨਾ। ਤੇਰੀ ਸ਼ਫਕਤ ਤੇ ਸੱਚਾਈ ਬਰਾਬਰ ਕਹਿੰਦਾ ਮੇਰੀ ਹਿਫਾਜ਼ਤ ਕਰਨਗੀ। ਆਓ ਖੁਦਾ ਤੇ ਯਕੀਨ ਕਰੀਏ ਤੇ ਖੁਦਾ ਦੀ ਮਰਜ਼ੀ ਨੂੰ ਪੂਰਾ ਕਰੀਏ, ਵੱਡੇ ਵੱਡੇ ਮਜਮਿਆਂ 'ਚ ਸਦਾਕਤ ਨੂੰ ਬੋਲੀਏ। ਸੋ ਲਿਖਿਆ ਏ ਤੁਹਾਨੂੰ ਸਬਰ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਖੁਦਾ ਦੀ ਮਰਜ਼ੀ ਪੂਰੀ ਕਰਕੇ ਵਾਅਦਾ ਕੀਤੀ ਚੀਜ਼ ਹਾਸਲ ਕਰੋ। ਹੁਣ ਥੋੜ੍ਹੀ ਮੁੱਦਤ ਕਹਿੰਦਾ ਬਾਕੀ, ਆਉਣ ਵਾਲੇ ਨੇ ਆ ਜਾਣਾ ਤੇ ਫਿਰ ਇਲਜ਼ਾਮ ਲੱਗਣੇ ਨੇ। ਤੇ ਆਓ ਉਹਨਾਂ ਇਲਜ਼ਾਮਾਂ ਤੋਂ ਬਚਣ ਲਈ ਅੱਜ ਮੌਕਾ ਹੈ। ਖੁਦਾਵੰਦ ਤੇਰਾ ਖਾਦਮ ਹੁੰਦਿਆਂ ਜਿਹੜਾ ਕਲਾਮ ਤੂੰ ਮੈਨੂੰ ਦਿੱਤਾ ਹੈ, ਉਸ ਕਲਾਮ ਨੂੰ ਪੂਰੀ ਦਿਆਨਦਾਰੀ ਨਾਲ ਮੈਂ ਤੇਰੇ ਲੋਕਾਂ ਤੱਕ ਪਹੁੰਚਾ ਦਿੱਤਾ। ਇਸ ਈਮਾਨ ਤੇ ਉਮੀਦ ਨਾਲ
ਕਿ ਤੇਰਾ ਕਲਾਮ ਬੰਦ ਜ਼ਿਹਨਾਂ ਨੂੰ ਖੋਲ੍ਹਦਾ। ਜਦੋਂ ਜ਼ਿਹਨ ਖੋਲ੍ਹਦੇ ਨੇ ਲੋਕ ਕਿਤਾਬ ਮੁਕੱਦਸ ਦੀਆਂ ਗੱਲਾਂ ਨੂੰ ਸਮਝਦੇ ਨੇ, ਜਿਹੜੇ ਸਮਝਦੇ ਨੇ ਦੂਜਿਆਂ ਨੂੰ ਸਮਝਾਉਂਦੇ ਨੇ, ਉਹ ਤੇਰੀ ਨਜ਼ਰ ਵਿੱਚ ਦਿਆਨਤਦਾਰ ਬਣਦੇ ਨੇ। ਬੰਦ ਜ਼ਿਹਨ ਯਿਸੂ ਨਾਂ ਤੋਂ ਖੁੱਲ੍ਹਣ, ਲੋਕ ਅੰਜੀਲੀ ਮਨਾਦ ਬਣਨੇ। ਸਭ ਕੁਝ ਮੰਗਣਾ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਅਦਾ ਕਰ, ਵਾਸਤਾ ਦੇ ਕੇ। ਆਮੀਨ। ਸੋ ਭਾਈ ਕਲਾਮ ਨੂੰ ਸ਼ੇਅਰ ਕਰਿਓ, ਬੈਲ ਦਾ ਬਟਨ ਦਬਾਇਓ। ਖੁਦਾ ਤੈਨੂੰ ਬਰਕਤ।